ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਪ੍ਰੇਮ ਭਾਵਨਾ ਦੇ ਨਾਲ ਅੰਮ੍ਰਿਤ ਕੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ 'ਤੇ ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੋਦ ਅੰਦਰ ਜੁੜ ਮਿਲ ਬੈਠ ਕੇ ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਪੜ੍ਹਦੇ ਸੁਣਦੇ ਆ ਰਹੇ ਹਾਂ। ਸਾਡੇ 'ਤੇ ਤਰੁੱਠ ਕਰਕੇ ਸਤਿਗੁਰੂ ਗਰੀਬ ਨਵਾਜ ਦਾਤਾਰ ਪ੍ਰਭੂ ਜੀ ਨੇ ਸਾਨੂੰ ਗੁਰੂ ਬਾਣੀ ਦੀ ਵਿਚਾਰ ਬਖਸ਼ਿਸ਼ ਕੀਤੀ ਆ। ਸਾਨੂੰ ਸਮਝ ਪੈ ਸਕੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਕਿਰਪਾ ਕਰਦੇ ਨੇ। ਕੁਝ ਨਿਤਨੇਮ ਦੀਆਂ ਬਾਣੀਆਂ ਅੰਦਰ ਕੁਝ ਕੀਰਤਨ ਦੇ ਦੁਆਰਾ ਸ਼ਬਦਾਂ ਦੀ ਸਾਨੂੰ ਸਮਝ ਨਹੀਂ ਪੈਂਦੀ। ਉਹਦਾ ਤਾਤਪਰਜ ਕੀ ਬਣਦਾ ਹੈ, ਉਹਦੇ ਮੀਨਿੰਗ ਕੀ ਬਣਦੇ, ਸਤਿਗੁਰੂ ਕੀ ਕਹਿ ਰਹੇ ਨੇ, ਉਹ ਫਿਰ ਸਹਿਬ ਵਿਚਾਰ ਦੇ ਅੰਦਰ ਬਖਸ਼ਦੇ ਨੇ। ਚੱਲ ਰਹੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਦੇ ਭੱਟਾਂ ਦੀ ਬਾਣੀ, ਭੱਟਾਂ ਦੇ ਸਵਾਈਆਂ ਦੀ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1386 ਅੰਗ ਤੋਂ ਆਰੰਭ ਹੁੰਦੀ ਹੈ। ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਦਾਤਾਰ ਜੀ ਭੱਟਾਂ ਨੂੰ ਉਪਦੇਸ਼ ਕਰ ਰਹੇ ਨੇ। ਉਸ ਅਕਾਲ ਦੀ ਉਸਤਤ ਕਰਕੇ ਸੁਣਾ ਰਹੇ ਨੇ ਉਹ ਵਾਹਿਗੁਰੂ ਜੀ ਕੈਸੇ ਨੇ, ਤੇ ਸਾਡੇ 'ਤੇ ਵੀ ਕਿਰਪਾ ਕਰਦੇ ਨੇ। ਸਾਨੂੰ ਸੰਸਾਰੀਆਂ ਨੂੰ ਵੀ ਸਮਝਾ ਰਹੇ ਨੇ ਕਿ ਉਹ ਪ੍ਰਭੂ ਦਿਆਲੂ ਸਤਿਗੁਰੂ ਜੀ ਕਿਹੋ ਜਿਹੇ ਹਨ, ਉਹਨਾਂ ਦੇ ਗੁਣ ਕਿਹੋ ਜਿਹੇ ਨੇ। ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦਿਆਂ ਮਹਾਰਾਜ ਕਹਿੰਦੇ, ਹੇ ਪ੍ਰਭੂ, ਹੇ ਦਿਆਲੂ ਸਤਿਗੁਰੂ, ਹੇ ਕਿਰਪਾਲੂ ਸਤਿਗੁਰੂ, ਹੇ ਮੇਰੇ ਮਾਲਕ, ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ। ਮੇਰੇ ਵਾਹਿਗੁਰੂ ਜੀ, ਤੇਰੀ ਸਭਾ ਜਿਹੜੀ ਆ ਨਾ ਉਹ ਸਤ ਸੰਗਤ ਹੈ। ਤੇ ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸੰਸਾਰ ਦੇ ਅੰਦਰ ਆ ਕੇ ਸੰਗਤ ਬਹੁਤ ਹੈ, ਸਤ ਦੇ ਅਰਥ ਹੀ ਸੱਚ ਨੇ। ਤੇ ਇੱਥੇ ਸਾਹਿਬ ਨੇ ਸਪਸ਼ਟ ਕਰ ਦਿੱਤਾ, ਸੱਚ ਸਭਾ। ਸੰਗਤ ਹਰ ਥਾਂ ਤੇ ਹਰ ਤਰ੍ਹਾਂ ਦੀ ਮਿਲੇਗੀ, ਪਰ ਸਤ ਸੰਗਤ ਸਤਿਗੁਰੂ ਦੇ ਕੋਲ ਹੀ ਮਿਲੇਗੀ, ਸਤਿਗੁਰੂ ਦੀ ਰਹਿਮਤ ਦੁਆਰਾ ਪ੍ਰਾਪਤ ਹੋਵੇਗੀ। ਉਹਨੂੰ ਮਹਾਰਾਜ ਸਾਹਿਬ ਕਹਿੰਦੇ ਸਾਧ ਸੰਗ ਪ੍ਰਾਪਤ
ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪੁਰੋਈ। ਉਹ ਸਾਧ ਸੰਗਤ ਏ, ਉਹ ਸਾਧ ਸੰਗਤ ਦੇ ਵਿੱਚ ਵਸਣ ਵਾਲੇ ਜੀਵ ਨੇ ਜਿਨ੍ਹਾਂ ਦੇ ਚਿੱਤ ਦੇ ਅੰਦਰ ਚੇਤੇ ਆਉਂਦਾ ਹੈ ਸਤਨਾਮ ਵਾਹਿਗੁਰੂ, ਜਿਨ੍ਹਾਂ ਦੇ ਸੱਚਾ ਚੇਤੇ ਆਉਂਦਾ ਹੈ, ਮਾਲਕ ਚੇਤੇ ਆਉਂਦਾ ਹੈ। ਕਿਸੇ ਮਨੁੱਖ ਦੇ ਕਾਰਨ ਨਹੀਂ ਉਹ ਆਉਂਦੇ, ਉਹ ਕੇਵਲ ਤੇ ਕੇਵਲ ਪ੍ਰਭੂ ਦਾ ਦੀਦਾਰ ਕਰਨਾ ਤੇ ਪ੍ਰਭੂ ਦੇ ਬਚਨਾਂ ਨੂੰ ਸੁਣਨ ਆਉਂਦੇ ਨੇ। ਔਰ ਉਹ ਕਿਸੇ ਦੇ ਬੁਲਾਏ ਹੋਏ ਨਹੀਂ, ਆਪਣੇ ਆਪ ਅੰਦਰੋਂ ਉਤਸ਼ਾਹ ਨਾਲ ਆਉਂਦੇ ਨੇ। ਉਹ ਸਮੂਹ ਦਾ ਇਕੱਠ ਜਿਨ੍ਹਾਂ ਦੇ ਚਿੱਤ ਦੇ ਅੰਦਰ ਚਾਹਨਾ ਇੱਛਾ ਹੈ ਨਾ ਕਿ ਸਤਿਗੁਰੂ ਦੇ ਬਚਨ ਸੁਣੀਏ, ਕੁਝ ਸਮਾਂ ਸਫਲ ਕਰੀਏ, ਸਤਿਗੁਰੂ ਕੋਲ ਬੈਠ ਕੇ ਉਹਨਾਂ ਦੇ ਸਮੂਹ ਨੂੰ ਸਤ ਸੰਗਤ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਸੱਚੇ ਤੇ ਸੱਚੇ ਗੁਰੂ ਕੋਲ ਆਏ ਨੇ, ਸੱਚੇ ਦੇ ਸੱਚੇ ਬਚਨਾਂ ਨੂੰ ਸਰਵਣ ਕਰਦੇ ਨੇ, ਧਾਰਨ ਕਰਦੇ ਨੇ। ਉਹ ਸਭਾ ਸਤ ਸੰਗਤ ਜਿੱਥੋਂ ਗੁਰੂ ਲੱਭਣਾ ਹੈ, ਉਹ ਸਭਾ, ਇਹ ਸਤ ਸੰਗਤ ਸਭਾ ਦੇ ਵਿੱਚੋਂ ਆ ਕੇ ਗੁਰੂ ਜਿਹਨੂੰ ਵੀ ਲੱਭਾ ਹੈ ਨਾ, ਸਤ ਸੰਗਤ ਵਿੱਚੋਂ ਲੱਭਾ ਆ ਕੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹਦੇ ਅੰਦਰ ਗੁਰੂ ਦਾ ਵਾਸਾ ਹੈ। ਮਹਾਰਾਜ ਕਹਿੰਦੇ ਮਾਲਕ ਜੀ ਤੁਹਾਡੀ ਸਭਾ ਜਿੱਥੇ ਤੁਸੀਂ ਵਾਸਾ ਕਰਦੇ ਹੋ ਨਾ, ਜਿੱਥੇ ਤੁਸੀਂ ਸੁਭਾਏਮਾਨ ਹੁੰਦੇ ਹੋ ਨਾ, ਜਿੱਥੇ ਤੁਹਾਡਾ ਮਿਲਾਪ ਹੁੰਦਾ ਹੈ ਨਾ, ਉਹ ਮਹਾਰਾਜ ਸਤ ਸੰਗਤ ਰੂਪੀ ਸਭਾ ਜਿਹੜੀ ਹੈ ਨਾ, ਉਹ ਤੇਰੀ ਸੱਚ ਹੈ। ਬਾਕੀ ਥਾਵਾਂ 'ਤੇ ਤਾਂ ਲੋਕ ਸੁਨੇਹੇ ਦਿੰਦੇ ਆ ਤੈਨੂੰ ਰੱਬ ਮਿਲਾ ਲਈਏ, ਰੱਬ ਵਿਖਾ ਲਈਏ, ਉੱਥੇ ਹੁੰਦਾ ਨਹੀਂ। ਪਰ ਵਾਹਿਗੁਰੂ ਸਤ ਸੰਗਤ ਦੇ ਅੰਦਰ ਤੂੰ ਵਸਣਾ ਤੇ ਉੱਥੇ ਤੂੰ ਹਾਜ਼ਰ ਨਾਜ਼ਰ ਹੁੰਨਾ, ਉਹ ਸੱਚ ਹੈ। ਉੱਥੇ ਕਿਸੇ ਮਨੁੱਖ ਦੀ ਉਸਤਤੀ ਨਹੀਂ, ਤੇਰੀ ਗੱਲ ਹੈ, ਤੇਰੇ ਲਈ ਆਇਆ, ਤੇਰੇ ਬਚਨ ਸੁਣਦਾ, ਤੇਰੀ ਯਾਦ ਵਿੱਚ ਸਮਾਂ ਗੁਜ਼ਾਰਿਆ। ਮਹਾਰਾਜ ਤੇਰੇ ਬਚਨਾਂ ਦੇ ਨਾਲ ਸਹਿਮਤੀ ਪ੍ਰਗਟਾਉਂਦਾ, ਤੇਰੇ ਬਚਨਾਂ ਨੂੰ ਜੀਵਨ ਵਿੱਚ ਅਪਣਾਉਂਦਾ ਹੈ। ਮਹਾਰਾਜ ਉਹ ਸਭਾ ਸੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੀਵਾਨ ਸੱਚ, ਸੱਚੀ ਸਭਾ ਦੇ ਅੰਦਰ ਜਿੰਨੇ ਇਕੱਠੇ ਹੋਏ ਸਤ ਸੰਗੀ ਜਨ ਆ ਕੇ, ਉਹਨਾਂ ਦਾ ਕੋਈ ਕਾਰਜ ਅਟਕ ਗਿਆ, ਅੰਦਰੂਨੀ ਬਹਿਰੂਨੀ, ਜਦੋਂ ਅੰਦਰ ਦੇ ਕਾਰਜਾਂ ਵਿੱਚ ਵੀ ਰੁਕਾਵਟਾਂ ਪੈਂਦੀਆਂ ਨੇ, ਜਦੋਂ ਅੰਦਰੋਂ ਤੁਰੀਏ ਨਾ ਰੱਬ ਵੱਲ ਨੂੰ, ਬਿਰਤੀਆਂ ਰੁਕਦੀਆਂ ਨੇ ਅੱਗੇ ਪਹੁੰਚਣ ਤੋਂ, ਉਦੋਂ ਵੀ ਪ੍ਰਭੂ ਦਾ ਆਸਰਾ ਭਾਲਦਾ, ਮਨੁੱਖ ਅਰਜ਼ੋਈ ਕਰਦਾ, ਪ੍ਰਭੂ ਕਿਰਪਾ ਕਰੋ ਮਾਰਗ ਅੱਗੇ ਵਾਲਾ ਤੈਅ ਕਰ ਸਕੀਏ। ਮਹਾਰਾਜ ਸਾਹਿਬ ਕਹਿੰਦੇ ਵਾਹਿਗੁਰੂ ਉਹਨਾਂ ਦਾ ਦੀਵਾਨ ਆਸਰਾ ਤੋਂ, ਸਤ ਸੰਗੀਆਂ ਦਾ ਉਹ ਆਸਰਾ ਲੈਂਦੇ ਨੇ, ਮਦਦ ਲੈਂਦੇ ਨੇ, ਕਿਸੇ ਤੋਂ ਮਦਦ ਮੰਗਦੇ ਨੇ, ਆਸਰਾ ਮੰਗਦੇ ਨੇ, ਉਹ ਤੇਰੇ ਤੋਂ ਮੰਗਦੇ ਨੇ। ਤੂੰ ਕਿਰਪਾ ਕਰ, ਤੂੰ ਉਹਨਾਂ ਦਾ ਆਸਰਾ ਹੈ, ਉਹਨਾਂ 'ਤੇ ਰਹਿਮਤ ਬਰਸਾਉਣਾ ਹੈ। ਮਹਾਰਾਜ ਤੇਰੀ ਨਿਆਏ ਸਭਾ ਵੀ ਸੱਚੇ, ਜਿੱਥੇ ਬੈਠ ਕੇ ਤੂੰ ਨਿਆਂ ਕਰਦਾ ਹੈ, ਜਿੱਥੇ ਬੈਠ ਕੇ ਤੂੰ ਸੱਚਾ ਝੂਠ ਦਾ ਨਿਆਂ ਕਰਦਾ ਹੈ। ਔਰ ਵਾਹਿਗੁਰੂ ਉਹ ਕਚਹਿਰੀ ਵੀ ਸੱਚੇ ਤੇ ਸੱਚੇ ਪਹਿ ਧਰਿਓ। ਜਿਹੜੇ ਵਿਚਾਰ, ਜਿਹੜਾ ਕਮਾਇਆ ਜੀਵਨ, ਜਿਹੜੀ ਸ਼ਰਧਾ, ਜਿਹੜਾ ਪ੍ਰੇਮ, ਜਿਹੜਾ ਸਿਮਰਨ, ਜਿਹੜੀ ਕੀਤੀ ਸੇਵਾ, ਔਰ ਉਹ ਸਭ ਕੁਝ ਸੱਚੇ ਪਰਮਾਤਮਾ ਦੇ ਅੱਗੇ ਧਰ ਦਿੱਤਾ। ਪ੍ਰਭੂ ਇਹ ਤੇਰਾ ਹੈ, ਉਹਦੇ ਅੱਗੇ ਸਭ ਕੁਝ ਝੂਠ ਸੱਚ ਰੱਖ ਦਿੱਤਾ, ਦੱਸ ਦਿੱਤਾ ਉਹਨੂੰ, ਸੱਚੇ ਪੈ ਧਰਿਓ, ਸੱਚੇ ਦੇ ਅੱਗੇ ਧਰ ਦਿੱਤਾ। ਮਹਾਰਾਜ ਤੂੰ ਕਹਿ ਕਿਰਪਾ ਕੀਤੀ ਹੈ ਔਰ ਸੱਚੇ ਨੇ ਧਰਵਾਸ ਦਿੱਤਾ। ਮਹਾਰਾਜ ਕਹਿੰਦੇ ਉਹ ਜਿਹੜਾ ਸੱਚਾ ਪ੍ਰਭੂ ਹੈ
ਉਹ ਵਸਦਾ ਕਿੱਥੇ ਹੈ? ਸੱਚਾ ਤਖਤ ਨਿਵਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਹੈ ਤਖਤ, ਜਿੱਥੇ ਪ੍ਰਭੂ ਵਸਦਾ ਹੈ, ਨਿਵਾਸ ਕਰਦਾ ਹੈ। ਉਹ ਕਿਹੜਾ ਸੱਚਾ ਤਖਤ ਹੈ ਜਿੱਥੇ ਪ੍ਰਭੂ ਵਾਸਾ ਕਰਦਾ ਹੈ? ਮਹਾਰਾਜ ਕਹਿੰਦੇ ਸੱਚ ਖੰਡ ਵਸੈ ਨਿਰੰਕਾਰ, ਸੱਚੈ ਤਖਤ ਨਿਵਾਸ। ਵਾਸ ਕਹਿੰਦੇ ਜਿੱਥੇ ਵਾਸਾ ਕਰੇ, ਜਿੱਥੇ ਰਹਿ। ਤੇ ਵਸਦਾ ਕਿੱਥੇ ਆ? ਸੱਚ ਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਔਰ ਸਾਰਿਆਂ ਨੂੰ ਸਫਲਤਾ ਦਿੰਦਾ ਉਹ ਸੱਚ ਦਾ ਤਖਤ ਏ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਵਾਸਾ ਗੁਰੂ ਕਰਦਾ ਹੈ, ਤੇ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਹੈ ਨਾ, ਉਹਨਾਂ ਨੂੰ ਕੇਵਲ ਸੁਵਿਧਾਵਾਂ ਨਹੀਂ ਦਿੰਦਾ, ਉਹਨਾਂ ਨੂੰ ਸੱਚਖੰਡ ਦੇ ਵਾਸੀ ਬਣਾਉਂਦਾ ਹੈ, ਆਪਣੇ ਕੋਲ ਬਿਠਾਉਂਦਾ ਹੈ। ਜਿੱਥੇ ਉਹ ਬੈਠਾ ਹੁੰਦਾ ਹੈ ਨਾ, ਉਹਨੂੰ ਸੱਚਖੰਡ ਦਾ ਵਾਸੀ ਬਣਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਉਹ ਤਖਤ ਤੇ ਬੈਠਾ ਹੈ, ਔਰ ਉੱਥੇ ਵੀ ਉਹਦੇ ਕੋਲ ਆਲੇ ਉਦਾਲੇ ਸੱਚਖੰਡ ਵਾਸੀ, ਔਰ ਜਿਹੜੇ ਸੱਚ ਦੇ ਅੰਦਰ ਰਮੇ ਹੋਏ ਨੇ, ਜਿਨ੍ਹਾਂ ਨੇ ਟਿਕਾਇਆ ਸੱਚ ਨੂੰ, ਉਹ ਬੈਠੇ ਹੋਏ ਨੇ, ਵਾਸਾ ਕਰਦੇ ਨੇ। ਉਹ ਜੀਵ ਵੀ ਉਸ ਤਖਤ ਦੇ ਕੋਲ ਜਾ ਕੇ ਵਸਦਾ ਹੈ, ਉਹ ਤਖਤ ਦੇ ਮਾਲਕ ਦੇ। ਮਹਾਰਾਜ ਕਹਿੰਦੇ ਸੱਚ ਤਪਾਵਸ ਕਰਿਓ। ਜਦੋਂ ਨਿਆਏ ਸਭਾ ਵਿੱਚ ਜੀਵ ਜਾਂਦੇ ਨਾ, ਤੇ ਜਦੋਂ ਨਿਆਓ ਹੁੰਦਾ ਹੈ, ਔਰ ਉੱਥੇ ਕਿਸੇ ਦੀ ਫਰਮਾਇਸ਼ ਨਹੀਂ ਚੱਲਦੀ, ਉਸੇ ਕਿਸੇ ਦੀ ਦਖਲਅੰਦਾਜ਼ੀ ਨਹੀਂ ਚੱਲਦੀ, ਉੱਥੇ ਕਿਸੇ ਦੀ ਰਿਸ਼ਵਤ ਨਹੀਂ ਚੱਲਦੀ। ਇੱਥੇ ਤਾਂ ਸਾਰਾ ਕੁਝ ਹੀ ਚੱਲਦਾ। ਸਿਫਾਰਿਸ਼ ਕਰਵਾ ਲਓ, ਕਿਸੇ ਦੀ ਫਰਮਾਇਸ਼ ਕਰਵਾ ਲਓ, ਜਾਂ ਮਾਇਆ ਦੇ ਦਿਓ ਚੰਗੀ ਚੋਖੀ, ਤੇ ਉਹ ਮਨੁੱਖ ਫੈਸਲਾ ਤੁਹਾਡੇ ਹੱਕ 'ਚ ਕਰ ਦੇਵੇਗਾ। ਮਹਾਰਾਜ ਕਹਿੰਦੇ ਨਹੀਂ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ। ਉੱਥੇ ਸੱਚ ਦਾ ਨਬੇੜਾ ਆ, ਉਸ ਨਿਆਏ ਸਭਾ ਵਿੱਚ ਸੱਚ ਦਾ ਨਿਆਂ ਕਰਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ। ਥਾਉ ਨਾ ਪਾਇਨ ਕੂੜਿਆਰ, ਝੂਠਿਆਂ ਨੂੰ ਉੱਥੇ ਜਗ੍ਹਾ ਨਹੀਂ, ਉੱਥੇ ਝੂਠ ਨੂੰ ਜਗ੍ਹਾ ਨਹੀਂ। ਸੱਚਖੰਡ ਵਿੱਚ ਝੂਠੇ ਲਈ ਕੋਈ ਜਗ੍ਹਾ ਨਹੀਂ। ਉਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ, ਔਰ ਉੱਥੇ ਕੂੜ ਟਿਕਦਾ ਨਹੀਂ, ਉੱਥੇ ਸੱਚ ਟਿਕਦਾ ਆ। ਕੂੜਿਆਰ ਨਾ ਲੱਭਣੀ ਕਿਤੇ ਥਾਏ ਭਾਲੇ, ਉੱਥੇ ਕੂੜ ਨਹੀਂ ਟਿਕਦਾ, ਉੱਥੇ ਕੂੜ ਖਤਮ ਹੋ ਜਾਂਦਾ ਹੈ, ਝੂਠ ਖਤਮ ਹੋ ਜਾਂਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੱਜ ਮਾਲਿਆ। ਥਾਉ ਨਾ ਪਾਇਨ ਕੂੜਿਆਰ। ਤੇ ਇਹਨਾਂ ਦੀ ਹਾਲਤ ਕੀ ਹੁੰਦੀ? ਮੋਹ ਕਾਲੇ, ਇਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਤੇ ਆਪਾਂ ਨੂੰ ਪਤਾ ਕਾਲਾ ਮੂੰਹ ਕਿਸੇ ਚੰਗੇ ਦਾ ਤਾਂ ਕਰਦੇ ਨਹੀਂ ਗੇ, ਮਾੜੇ ਦਾ ਹੀ ਕਰਦੇ ਨਾ ਮੂੰਹ ਕਾਲਾ। ਬਈ ਜਿਹਨੇ ਬੜੀ ਵੱਡੀ ਗੁਸਤਾਖੀ ਕੀਤੀ ਹੋਵੇ, ਬੜਾ ਵੱਡਾ ਗੁਨਾਹ ਕੀਤਾ ਹੋਵੇ। ਤੇ ਜਦੋਂ ਮੈਂ ਮਹਾਰਾਜ ਜੀ ਦੀਆਂ ਪੰਕਤੀਆਂ ਪੜ੍ਹੀਆਂ ਨਾ, ਮੋਹ ਕਾਲੇ ਤੇ ਦੋਜਕ ਚਾਲਿਆ, ਬਈ ਨਰਕਾਂ ਨੂੰ ਭੇਜ ਦਿੱਤੇ ਝੂਠੇ ਮੂੰਹ ਕਾਲੇ ਕਰਕੇ। ਤੇ ਮੈਂ ਸੰਸਾਰ ਵਿੱਚ ਵਿਚਰਦਾ ਹਾਂ, ਮੈਂ ਵੀ ਸੰਸਾਰੀ ਧਿਆਨ ਮਾਰਿਆ, ਮੈਨੂੰ ਮਾਫ ਕਰਿਆ ਜੇ ਮੈਂ ਮਾਫੀ ਪਹਿਲਾਂ ਮੰਗ ਲਾਂ। ਮੈਂ ਕਿਹਾ ਉੱਥੇ ਤਾਂ ਅੱਗੇ ਉਹ ਮੂੰਹ ਕਾਲਾ ਕਰਦੇ, ਤੇ ਸਜ਼ਾ ਦੇ ਭਾਗੀ ਕੋਈ ਹੋਵੇ ਸੰਸਾਰ 'ਚ ਸਜ਼ਾ ਦੇਣ ਲਈ ਉਹਦਾ ਮੂੰਹ ਕਾਲਾ ਹੁੰਦਾ ਹੈ। ਤੇ ਜਿਹੜੇ ਭਾਈ ਆਪਣੇ ਆਪ ਬੜੇ ਚਾਅ ਨਾਲ ਮੂੰਹ ਕਾਲਾ ਕਰਦੇ ਨੇ, ਮੂੰਹ ਤੇ ਕਾਲਖ ਮਲਦੇ ਨੇ, ਉਹਨਾਂ ਨੂੰ ਕੀ ਕਹੀਏ? ਔਰ ਉਹਨਾਂ ਨੂੰ ਕੀ ਕਹੀਏ ਜਿਨ੍ਹਾਂ ਨੇ ਆਪਣੇ ਆਪ ਕਾਲਖ ਕਰ ਲਈ, ਆਪ ਲਵਾ ਲਈ, ਕੁਝ ਨੂੰ ਪੈਸੇ ਦੇ ਕੇ ਕਾਲਖ ਲਵਾਈ, ਬਈ ਤੂੰ ਚੰਗੀ ਤਰ੍ਹਾਂ ਲਾਵੇਂਗਾ, ਐਂ ਕਿਤੇ ਰਹਿਣ ਨਾ ਦੇਈ, ਚੰਗੀ ਤਰ੍ਹਾਂ ਲਾਈ, ਵੱਟ ਕੱਢ ਦੇਵੀਂ ਇਸ। ਮਹਾਰਾਜ ਸਾਹਿਬ ਕਹਿੰਦੇ ਬਈ ਮੂੰਹ ਕਾਲਾ, ਔਰ ਕਰਦੇ ਉਹਨਾਂ ਦਾ ਅਵਗੁਣਾਰਿਆਂ ਦਾ, ਪਾਪੀਆਂ ਦਾ। ਗੁਸਤਾਖੀ ਮਾਫ, ਅਸੀਂ ਜੇ ਪਾਪ ਨਹੀਂ ਨਾ ਕੀਤੇ ਤੇ ਇਹਨਾਂ ਅਵਗੁਣਾਂ ਤੋਂ ਬਚੀਏ, ਗੁਰੇਜ਼ ਕਰੀਏ। ਪ੍ਰਭੂ ਨੇ ਜੋ ਕੁਝ ਕਰਨਾ, ਜੋ ਕਿਛ ਕਰੇ ਸੋ ਆਪੇ ਕਰੇ, ਉਹ ਆਪ ਹੀ ਕਰਦਾ।
महाराज सच्चे पातशाह कहते उत्थे की हुंदा, सच्चे ही सच निबड़े चुन वख कढे जज मालिया, थाउ न पाया नकूड़ यार मोह काले, ते फिर किधर नू तोरे दोजक चालिया। तेरे नाए रते जेड़े तेरे नाम विच रते मते गए, जिन्हां सच इकट्ठा कीता, सच वल नू तुरे सच्चा मार्ग अपनाया। तेरे नाए रते से जिन गए वो जित गए, जेड़े नाम विच रते ना जीवन जित्या, उन्होंने संसार दे अंदरों अपने आप नू जित्या। से जिन गए हार गए, कौन? ठगण वाले आ, जिन्हां मेरे वर्गिया ने ठगियां ठोरियां मारियां। मैं अपना पल्ला पूरा करा, इधरों भी ठग लिया उधरों भी गल्लां बातां ना ठगी मार लई। ते नाले किसी ने कहा तू ठगी मारी आ, ते अगों हस के ये बोल सुनाए। उस कहन लगा ठगा ने ठगी मार के गुजारा करना, ते ठगां दे किहड़े फिर हाल वगदे, असीं तां ठगी ठोरी नाल ही काम चलाउणा है। महाराज कहंदे मूँह काला हुंदा ही करवाउणा ही, ते वेख लवीं जगह नहीं मिलनी। महाराज साहब कहते तेरा न्याय सच दा है। मैं संखेप चर्ज करा, विस्तार च ना जावा। महाराज सच्चे पातशाह कहते ने मालिक और तू सच तपावस करियो, सच दा न्याय कीता, फैसला कीता महाराज, और सच सिरजियो संसार। महाराज संसार दे अंदर ना आपने इनू सिरजिया, इहदे विच सच टकाया। तेनू महाराज ने सच कहा संसार नू। देखो जिन्ना चिर आपां तुरे फिरदे हैं ना शारीरिक तौर ते, शारीरिक तौर ते इहदे विच आपां चलदे भी हैं, वस्तु नू पकड़दे भी हैं और खाने भी पहनदे भी हैं, ये उन्ना चिर सच है। ते ਇਹਦੇ अंदर और जेड़ा सर्वव्यापक सच परमात्मा भी है। महाराज ने बचन कीते आ, इनू झूठा भी कहा, इनू सच भी कहा। झूठा उत्थे होर प्रकरण ना कहा है, सच होर ना कहा है। महाराज सच्चे पातशाह कहंदे ने इहो जग सच्चे की है कोठड़ी। जे झूठा कला कल्पित कीती जावांगे, दे अर्थ कीती जावांगे, फिर इन्हां पंक्तियां नूं किधर लै जावांगे। इहो जग सच्चे की है कोठड़ी, सच्चे का विच वास। इहदे विच सच्चा आप वसदा है। ते जेड़े हिरदे दे अंदर सच्चा वस जावे ना, समझना बई सच्चे दा इस और संसार शरीर दे अंदर वासा हो गया है, सच का स्थान बन गया है, ये सच बन गया है। महाराज सच्चे पातशाह कहते जो सच प्राप्त हुंदा है ना, उदों मोह खत्म हो जाता है। मैं अगे जाके बयान करना है। महाराज सच्चे पातशाह कहते उस सच्चे ने विच वासा कीता, इनू सिरजिया, सिरजना कीती। सिरजना मैं ना मतलब समझदे हो ना, बनाउणा, बना के सच स्थापित किया। ते सची मुची सच दे गाहकी, सच नूं पाउण वाले, सच दे मार्ग ते टुरन वास्ते ये जीव बनाए। ते जीवां ने आके होर ही रब कल्पित कर लाए। सानू तां रब होर ही बथेरे ने, सानू इहदी की लोड़ आ। महाराज साहब कहंदे मालका तू सच सिरजियो संसार, आप अभुल ना भुलो। जिन्हां दी तू सिरजना कीती ना, तेनों आके भुल गए, ये भुल गए। बनाउण वाले दातिया तू अभुल ने, तू कुछ नहीं भुलिया। किनू कद भेजिया है और कद तक रहेगा और कद किस नूं लैके जाना है, तू भुलदा कदे नहीं। ना भुलो, तू भुलदा कदे नहीं गा। तेनू सब कुछ चेते, कद संसार बनाया है, कद इनू खत्म करना है, कद जीव दे उत्पत्ति हुई, जन्म होया है, कद इनू संसार तो रुखसत करना, वापस लैके जाना है, तू कतई नहीं भुलदा। उस गब्बे वाले काल विच, मधभाग विच, विचाले जिन्हों जीवन कहने आ, ਉਹਦੇ ਵਿੱਚ ਇਹਨੂੰ ਕੀ ਸੁੱਖ ਦੁੱਖ ਭੁਗਤਾਨ ਭੁਗਤਾਉਣਾ ਹੈ, ਕੀ ਬਖਸ਼ਿਸ਼ਾਂ ਕਰਨੀਆਂ, ਤੂੰ ਕਦੇ ਨਹੀਂ ਭੁੱਲਦਾ।
ਇਹਨੂੰ ਕਿਹੜੇ ਕਿਹੜੇ ਬੀਜ ਇਹਨੇ ਬੀਜੇ ਨੇ ਤੈਨੂੰ ਭੁਗਤਾਉਣੇ ਆ महाराज। ਤੂੰ ਕਦੇ ਨਹੀਂ ਭੁੱਲਦਾ। ਜਿਹਨੂੰ महाराज ਕਹਿੰਦੇ ਆ ਸਭ ਸਾਰਾ ਕੁਝ ਸਭ ਕੋ ਭੁੱਲਣ ਅੰਦਰ ਏ ਤੇ ਆ ਭੁੱਲ ਗੁਰੂ ਕਰਤਾਰ ਏ। ਸਾਰਾ ਸੰਸਾਰ ਭੁੱਲਣ ਵਿੱਚ ਭੁੱਲ ਜਾਂਦੇ ਹਾਂ ਆਪਾਂ। ਸੰਸਾਰ ਦੇ ਜੀਵ ਕਿਸੇ ਦੇ ਪਰਉਪਕਾਰ ਨੂੰ ਭੁੱਲ ਜਾਂਦੇ ਹਾਂ ਔਰ ਨਿਰੰਕਾਰ ਨੂੰ। महाराज ਅੱਗੇ ਨਾ 100 ਬੇਨਤੀਆਂ ਕਰਦੇ ਹਾਂ, ਹਜ਼ਾਰਾਂ ਨੱਕ ਗੋਡੇ ਰਗੜਦੇ ਹਾਂ, ਬੜੀਆਂ ਲੀਲੜੀਆਂ ਕਰਦੇ ਹਾਂ ਤੇ ਜੋੜੇ ਵੀ ਝਾੜਾਂਗੇ, ਝਾੜੂ ਵੀ ਲਾਵਾਂਗੇ, ਭਾਂਡੇ ਵੀ ਮਾਂਜਾਂਗੇ। महाराज ਕਿਰਪਾ ਕਰ ਸਾਡੀ ਕੁੱਲ ਵਧੇ ਤੇ ਭੁਚੰਗੀ ਦੀ ਦਾਤ ਦੇ ਦੇ। ਪ੍ਰਭੂ ਸੁਣ ਲੈਂਦਾ, ਦੇ ਦਿੰਦਾ। ਹਿਰਦੇ ਨੂੰ ਪਾਵਨ ਦੇਖ ਕੇ ਨਾ ਸਾਨੂੰ ਕਈ ਵਾਰ ਹੁੰਦਾ ਹੈ ਬਈ ਮੈਂ ਅਰਦਾਸ ਕੀਤੀ, ਮਹਾਰਾਜ ਨੂੰ ਪਤਾ ਹੁੰਦਾ ਛਲਿਆ ਬੰਦਾ ਇਹ ਛਲ ਕਰੇਗਾ ਤੇ ਉਹਦੇ ਤੋਂ ਲੈ ਕੇ ਨਾ ਦਾਤ ਉਹਦੀ ਤੇ ਫਿਰ ਸ਼ੁਕਰਾਨਾ ਕਿਸੇ ਹੋਰ ਦਾ ਹੀ ਕਰਦੇ ਹੁੰਦੇ ਆ। ਫਿਰ ਰੱਬ ਨਹੀਂ ਚੇਤੇ ਆਉਂਦਾ ਕਿ ਭੱਜ ਕੇ ਜਾ ਕੇ ਪਹਿਲਾਂ ਮਹਾਰਾਜ ਦੇ ਚਰਨਾਂ ਤੇ ਡਿੱਗੀਏ, ਮੁਬਾਰਕ ਪਹਿਲਾਂ ਉਹਨੂੰ ਦੇਈਏ, ਪਹਿਲਾਂ ਉਹਦਾ ਸ਼ੁਕਰਾਨਾ ਅਦਾ ਕਰੀਏ। ਪਹਿਲਾਂ ਫੱਟ ਫੂਨ ਮਾਰਦੇ ਆ ਰਿਸ਼ਤੇਦਾਰ ਨੂੰ, ਜੰਮ ਪਿਆ ਮੁੰਡਾ ਫਿਰ ਤੈਨੂੰ ਵਧਾਈ ਹੋਵੇ। ਬਈ ਉਹਨੇ ਦਿੱਤਾ ਹੈ ਜਿਹਨੂੰ ਪਹਿਲਾਂ ਵਧਾਈ ਦੇਣ ਲੱਗਾ ਹੈ, ਜਿਹਨੇ ਦਿੱਤਾ ਉਹਦਾ ਸ਼ੁਕਰ ਕਰ। ਸੋ ਉਹ ਭੁੱਲ ਜਾਂਦਾ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਜਿਹੜੀ ਦਿੱਤੀ ਨਾ ਉਹ ਤਾਂ ਪਿਆਰੀ ਹੋ ਗਈ, ਦਾਤਾ ਭੁੱਲ ਗਿਆ, ਉਹਦਾ ਸ਼ੁਕਰਾਨਾ ਕਰਨਾ ਮਨੁੱਖ ਭੁੱਲ ਗਿਆ। ਰਿਸ਼ਤੇਦਾਰ ਦੇ ਘਰੇ ਜਾਵੇਗਾ ਤੇ ਭੱਜ ਕੇ ਵਾ ਮੂੰਹ ਮਿੱਠਾ ਕਰੋ ਜੀ, ਤੇ ਰੱਬ ਦੇ ਘਰ ਨੂੰ ਆਵੇਗਾ ਖਾਲੀ ਆ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਸੱਜਣਾ, ਇਹ ਮੰਗਦਾ ਨਹੀਂ, ਇਹ ਮੰਗਤਾ ਨਹੀਂ, ਇਹ ਦਾਤਾ ਹੈ। ਤੇ ਤੁਸੀਂ ਕਿਸੇ ਅਫਸਰ ਨੂੰ ਮਿਲਣ ਜਾਓ, ਰਾਜੇ ਨੂੰ ਮਿਲਣ ਜਾਓ ਤੇ ਦੇਖਿਓ ਜੇ ਜਿਹੜੇ ਕਹਿੰਦੇ ਨਾ ਉਹ ਮਹਾਰਾਜ ਨੂੰ ਕੀ ਲੋੜ ਹੈ ਆ ਕਰਨ ਦੀ ਉਹ ਕਰਨ ਦੀ, ਮਹਾਰਾਜ ਮੰਗਦੇ ਨਹੀਂ। ਤੇ ਉਹ ਜਿਹੜੇ ਅਫਸਰ ਨੂੰ ਮਿਲਣ ਜਾਂਦੇ ਉਹਨੇ ਤੁਹਾਨੂੰ ਚਿੱਠੀ 'ਚ ਲਿਖ ਕੇ ਭੇਜਿਆ ਹੁੰਦਾ, ਮੇਰੇ ਲਈ ਗੁਲਦਸਤਾ ਲੈ ਕੇ ਆਇਆ ਜੇ, ਮੇਰੇ ਲਈ ਫਰੂਟ ਲੈ ਕੇ ਆਇਆ ਜੇ, ਮੇਰੇ ਲਈ ਆਹ ਲੈ ਕੇ ਆਇਆ ਜੇ, ਮੇਰੇ ਲਈ ਆਹ ਲੈ ਕੇ ਆਇਆ। ਉਹਨੇ ਲਿਖ ਕੇ ਚਿੱਠੀ ਪਾਈ ਹੁੰਦੀ ਆ, ਆਪੇ ਹੀ ਲੈ ਕੇ ਜਾਂਦੇ ਨਾ ਵੀ ਕਿਤੇ ਪ੍ਰੇਮ ਘਟ ਨਾ ਜਾਵੇ। ਉਹਦੇ ਲਈ ਤਾਂ ਚੁਣ ਚੁਣ ਕੇ ਪਾਵਾਂਗੇ, ਛੋਟੇ ਛੋਟੇ ਸੇਕ ਕਿਤੇ ਹੋਵੇ ਨਾ। ਤੇ ਮਹਾਰਾਜ ਲਈ ਜਦੋਂ ਆਉਣਾ ਹੋਵੇ ਨਾ ਰਿਸ਼ਤੇਦਾਰਾਂ ਲਈ ਚੰਗੀ ਮਠਿਆਈ ਸਿਰੇ ਦੀ ਲੈ ਕੇ ਜਾਵਾਂਗੇ। ਤੇ ਜਦੋਂ ਰੱਬ ਦੇ ਘਰ ਨੂੰ ਆਉਣਾ ਹੋਵੇ ਹਲਵਾਈ ਨੂੰ ਕਹਿੰਦੇ ਆ ਦੇਈ ਖਾਂ ਲੱਡੂ 100 ਦੇ, ਉਹਦੇ ਤੇ ਭਾਵੇਂ 20 ਦਿਨਾਂ ਦੀਆਂ ਮੱਖੀਆਂ ਬੈਠੀਆਂ ਹੋਣ, ਇਹ ਨਹੀਂ ਵੇਖਣਾ। ਔਰ ਲਿਆ ਕੇ ਸੜੇ ਜਿਹੇ ਲੱਡੂ ਉਹਨੂੰ ਕਹਿੰਦੇ ਵੀ ਲੈ ਤੂੰ ਇੰਨੇ ਖਾ ਲਾਈਆਂ। ਕਿਤੇ ਧਿਆਨ ਰੱਖਿਆ ਕਰੋ, ਅਫਸਰ ਨੂੰ ਜਦੋਂ ਅਸੀਂ ਮਿਲ ਜਾਣੇ 2900 ਰਾਜੇ ਪੈਦਾ ਕਰਨ ਵਾਲਾ ਹੈ ਮਾਲਕ। ਜਦੋਂ ਇਹਦੇ ਵੱਲ ਨੂੰ ਆਉਣਾ ਫਿਰ ਪਿੱਛੇ ਨੂੰ ਕਿਉਂ? ਤੇ ਇੱਕ ਮਨੁੱਖ ਨੂੰ ਮਿਲਣ ਜਾਣਾ ਹੈ, ਉਹਦੇ ਲਈ ਆਨੇ ਵੀ ਚੰਗੀ ਜੀ ਬਰਫੀ ਪਾਈ, 2 ਰੁਪਏ ਵੱਧ ਲੱਗ ਜਾਣ। ਤੇ ਕਿਸੇ ਨੂੰ ਲੀੜਾ ਦੇਣਾ ਹੋਵੇ ਨਾ ਮੇਰੇ ਵਰਗੇ ਨੂੰ ਹੀ, ਤੇ ਅਸੀਂ ਤਾਂ ਇੱਕ ਦੁੱਕੀ ਦੇ ਨਹੀਂ ਤੇ ਚੰਗਾ ਲੱਭਦੇ। ਤੇ ਮਹਾਰਾਜ ਲਈ ਰੁਮਾਲਾ ਲਿਆਉਣਾ ਹੋਵੇ, ਭਾਈ ਦੇ ਦਿਓ ਰੁਮਾਲਾ ਹੀ, ਪਹਿਲਾਂ ਕੱਪੜਿਆਂ ਤੋਂ ਰੁਮਾਲਾ ਹੀ ਖਰੀਦਣਾ, ਦੇ ਦਿਓ ਜਿਹੜਾ ਹੈਗਾ ਉਹ ਹੀ ਦੇ ਦਿਓ। ਕਿਤੇ ਮਹਾਰਾਜ ਦੀ ਪੁਸ਼ਾਕ ਜਾਣਿਆ ਕਰੀਏ, ਦਾਤਾਰ ਪ੍ਰਭੂ ਦੀ ਦਾਤ ਜਾਣਿਆ ਕਰੀਏ, ਉਹਦੇ ਲਈ ਅੰਦਰ ਦੀ ਸ਼ਰਧਾ ਪ੍ਰੇਮ ਵੀ ਦਾਤਾ ਤੂੰ ਤਾਂ ਐਡਾ ਵੱਡਾ ਤੋਹਫਾ ਦਿੱਤਾ ਹੈ, ਅਸੀਂ ਕੀ ਦੇ ਸਕਦੇ? ਕੋਈ ਚੰਗੀ ਜੀ ਚੀਜ਼ ਲੈ ਕੇ ਉਹਦਾ ਸ਼ੁਕਰਾਨਾ ਅਦਾ ਕਰਿਆ ਕਰੀਏ। ਮੰਗਦਾ ਨਹੀਂ, ਇਹ ਦਾਤਾ ਹੈ, ਦੇਣ ਵਾਲਾ। ਮਹਾਰਾਜ ਸਾਹਿਬ ਕਹਿੰਦੇ ਵਾਹਿਗੁਰੂ ਤੂੰ ਸਾਰੇ ਕਾਸੇ ਨੂੰ ਸਿਰਜਣਾ ਕਰਨ ਵਾਲਾ, ਕਦੇ ਭੁੱਲਦਾ ਨਹੀਂ। ਤੇ ਸਭ ਕੁਝ ਲੈ ਕੇ ਨਾ ਤੇ ਕਿਤੇ ਕਦੀ ਗੱਲ ਨਾ ਪੂਰੀ ਹੋਵੇ ਤੇ ਰੱਬ ਨੂੰ ਲਾਮੇ ਦਿੰਦੇ ਆ, ਤਾਨੇ ਮਾਰਦੇ। ਤੇ ਰੱਬ ਭੁੱਲਿਆ ਬਈ ਪਹਿਲਾਂ ਤੈਨੂੰ ਕਿੰਨੀਆਂ ਦਿੱਤੀਆਂ। ਮਹਾਰਾਜ ਸੁਖਮਨੀ ਸਾਹਿਬ ਕਹਿੰਦੇ ਅੰਦਰ ਕਹਿੰਦੇ ਨਾ ਕਿ 10 ਵਸਤੂ ਲੈ ਪਾਛੇ ਪਾਵੈ, ਇੱਕ ਬਸਤ ਕਾਰਨ ਬੈ ਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰ ਲੈ। ਮਹਾਰਾਜ ਕਹਿੰਦੇ ਜਿਹਦੇ ਨਾਲ ਇੱਕ ਤੋਂ ਰੁੱਸਦਾ ਪਿਆ ਹੈ ਉਹਨੇ ਤੈਨੂੰ ਪਹਿਲਾਂ 10 ਦਿੱਤੀਆਂ ਨੇ, ਅਗਰ ਉਹਨੇ ਨਹੀਂ ਦਿੱਤੀ ਤੇ ਤੂੰ ਮੂੰਹ ਬਣਾ ਕੇ ਦੂਜੇ ਪਾਸੇ ਨੂੰ ਟੁਰ ਗਿਆ, ਮੈਂ ਨਹੀਂ ਆਹ ਕਰਨਾ, ਮੈਂ ਨਹੀਂ ਨਿਤਨੇਮ ਕਰਨਾ, ਮੈਂ ਨਹੀਂ ਗੁਰਦੁਆਰੇ ਮੰਦਰ ਮਸਜਿਦ ਜਾਣਾ, ਟੁੱਟ ਗਈ ਮੇਰੀ ਸ਼ਰਧਾ, ਮੁੱਕ ਗਈ। ਤੇ ਜੇ ਮਹਾਰਾਜ ਕਹੇ ਜਿਹੜੀਆਂ ਪਹਿਲੀਆਂ ਦਿੱਤੀਆਂ ਉਹ ਵੀ ਲੈ ਲੈਣਾ, ਤੈਨੂੰ ਘਰ ਵਿੱਚ ਸੁੱਖ ਸੁਵਿਧਾਵਾਂ ਦਿੱਤੀਆਂ, ਪੁੱਤਰ ਧੀਆਂ ਦਿੱਤੀਆਂ, ਮੈਂ ਆਪਣੇ ਵਾਪਸ ਲੈ ਲੈਣਾ, ਮੋੜ ਮੇਰੀਆਂ ਚੀਜ਼ਾਂ। ਤੈਨੂੰ 5 ਕਰਮ ਇੰਦਰੇ ਦਿੱਤੇ, 5 ਗਿਆਨ ਇੰਦਰੇ ਦਿੱਤੇ, ਤੇਰੀਆਂ ਅੱਖਾਂ ਔਰ ਲੱਤਾਂ ਹੱਥ ਪੈਰੀ ਜਿਹੜੇ ਖੋਹ ਲੈਂਦਾ ਤੇ ਫਿਰ ਵੇਖੀ ਖਾਂ ਕਿਤੇ ਲਕਵਾ ਹੀ ਮਾਰ ਜੇ ਤਾਂ ਫਿਰ ਦੇਖੀ ਹਾਂ ਬਈ ਕਿੱਧਰ ਨੂੰ ਭੱਜਣਾ, ਕੀ ਕਰੇਗਾ।
ਉਹ ਤੋਂ ਡਰਿਆ ਕਰੀਏ। ਪਰਮਾਤਮਾ ਤੋਂ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਏਕ ਬਸਤ ਕਾਰਨ ਬੈ ਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਾਧ ਨਮਸਕਾਰਾ। ਜਿਹਦੇ ਨਾਲ ਵਾਸੀ ਨਹੀਂ ਚੱਲਦਾ ਫਿਰ ਉਹਦੇ ਅੱਗੇ ਝੁਕ ਜਾਇਆ ਕਰੀਏ, ਉਹਨੂੰ ਮਾਲਕ ਮੰਨਿਆ ਕਰੀਏ। ਅਸੀਂ ਤਾਂ ਉਹਨੂੰ ਗ੍ਰਾਮ ਸੇਵਕ ਵੀ ਨਹੀਂ ਮੰਨਦੇ, ਉਹ ਤੋਂ ਨਹੀਂ ਡਰਦੇ, ਬੰਦੇ ਤੋਂ ਤਾਂ ਡਰਦੇ ਵੀ ਇਹਨੇ ਲਫੇੜਾ ਕੰਨ 'ਤੇ ਸੁੱਟ ਦੇਣਾ, ਇਹਨੇ ਤਾਂ ਉਸੇ ਲਈ ਕਹਿ ਦੇਣਾ। ਰੱਬ ਤੋਂ ਨਹੀਂ ਡਰਦੇ, ਰੱਬ ਤੋਂ ਡਰਿਆ ਕਰੀਏ, ਬੰਦੇ ਤੋਂ ਕਿਸੇ ਤੋਂ ਨਾ ਡਰੋ। ਔਰ ਮਹਾਰਾਜ ਕਿਰਪਾ ਕਰੇ, ਸਾਹਿਬ ਕਹਿੰਦੇ ਤੂੰ ਭੁੱਲਦਾ ਨਹੀਂ। ਰਤਨ ਨਾਮ ਅਪਾਰ ਕੀਮਨਾ ਪਵੈ ਅਮੁੱਲ। ਮਹਾਰਾਜ ਤੇਰਾ ਨਾਮ ਜਿਹੜਾ ਰਤਨ ਹੈ ਨਾ ਸੰਸਾਰ ਵਿੱਚ, ਉਹਦੀ ਕੋਈ ਕੀਮਤ ਹੈ? ਤੇ ਜਿਹੜਾ ਤੇਰਾ ਨਾਮ ਰਤਨ ਹੈ ਨਾ ਅਮੋਲਕ ਹੈ, ਔਰ ਇਹਦੀ ਕੋਈ ਕੀਮਤ ਨਹੀਂ। ਅਪਾਰ ਪਾਰਾਵਾਰ ਤੋਂ ਪਰੇ, ਪਰੇ ਤੋਂ ਪਰੇ, ਬੇਅੰਤ ਜਿਹਦਾ ਕੋਈ ਅੰਤ ਹੀ ਨਹੀਂ। ਕੀਮ ਨਾ ਪਵੈ, ਇਹ ਸੰਸਾਰ ਦੇ ਰਤਨਾਂ ਦੀ ਕੀਮਤ ਹੈ। ਮਹਾਰਾਜ ਸੱਚੇ ਪਾਤਸ਼ਾਹ ਔਰ ਤੇਰੇ ਨਾਮ ਰਤਨ ਦੀ ਕੋਈ ਕੀਮਤ ਨਹੀਂ। ਅਮੁੱਲੋ, ਇਹ ਅਮੋਲਕ ਹੈ, ਇਹਦਾ ਕੋਈ ਮੁੱਲ ਅਦਾ ਕਰ ਹੀ ਨਹੀਂ ਸਕਦਾ, ਇਹਦਾ ਕੋਈ ਮੁੱਲ ਅੰਦਾਜ਼ਨ ਲਾ ਹੀ ਨਹੀਂ ਸਕਦਾ। ਇੰਨੇ ਮਹਿੰਗੇ ਮੁੱਲ ਦਾ ਨਾਮ ਹੈ ਤੇ ਪ੍ਰਭੂ ਸਾਨੂੰ ਫਰੀ ਕਹਿੰਦਾ ਤੁਸੀਂ ਜਪੋ ਤੇ ਮੁਕਤੀ ਤੇ ਸੁੱਖ ਤੁਹਾਨੂੰ ਮੈਂ ਦਿਆਂਗਾ। ਚੀਜ਼ ਮੇਰੀ ਆ, ਵਰਤੋ ਤੁਸੀਂ ਤੇ ਇਹਦੇ ਤੋਂ ਲਾਭ ਤੁਹਾਨੂੰ ਹੋਵੇਗਾ। ਸ਼ਰਤ ਮੈਂ ਤੁਹਾਨੂੰ ਲਿਖ ਕੇ ਦੇਣਾ, ਜਪੋ ਤੁਸੀਂ, ਤੁਹਾਡੇ ਪਰਿਵਾਰ ਨੂੰ, ਕਾਰੋਬਾਰ ਨੂੰ, ਜੀਵਨ 'ਚ ਸੁੱਖ ਸੁਵਿਧਾਵਾਂ ਉਪਲਬਧ ਹੋਣਗੀਆਂ। ਇਹਦਾ ਵਾਰਸ ਮੈਂ ਆ, ਜ਼ਿੰਮੇਵਾਰ ਮੈਂ। ਮਹਾਰਾਜ ਕਹਿੰਦੇ ਜਪ ਤੇ ਸੁੱਖ ਮਿਲਣਗੇ, ਉਹ ਅਮੋਲਕ ਹੈ। ਮਹਾਰਾਜ ਕਹਿੰਦੇ ਜਿਹ ਕਿਰਪਾਲ ਹੋਇਓ ਗੋਬਿੰਦ, ਸਰਬ ਸੁਖ ਤਿਨਹੂ ਪਾਏ। ਜਿਨ੍ਹਾਂ ਨੇ ਉਹ ਨਾਮ ਨੂੰ ਜਪਿਆ, ਆਰਾਧਿਆ, ਔਰ ਉਹਨਾਂ ਦੇ ਉੱਪਰ ਦਇਆਮਾਨ ਹੋ ਗਿਆ ਗੋਬਿੰਦ, ਧਰਤੀ ਦਾ ਮਾਲਕ ਵਾਹਿਗੁਰੂ। ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਤੇ ਰਹਿਮਤ ਵਰਸਾਈ, ਉਹਨਾਂ ਤੇ ਕਿਰਪਾਲੂ ਦਿਆਲੂ ਹੋ ਗਏ ਸਤਿਗੁਰੂ। ਤੇ ਜਿਨ੍ਹਾਂ ਤੇ ਹੋਏ ਨਾ ਦਿਆਲੂ ਸਤਿਗੁਰੂ ਕਿਵੇਂ ਹੋਏ? ਜਦੋਂ ਨਾਮ ਜਪਿਆ, ਆਰਾਧਿਆ, ਸਿਮਰਿਆ, ਉਦੋਂ ਕਿਰਪਾ ਕੀਤੀ ਗੁਰੂ ਨੇ। ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਨਾ, ਫਿਰ ਸਰਬ ਸੁਖ ਤਿਨਹੂ ਪਾਏ। ਜਿਨ੍ਹਾਂ ਤੇ ਕਿਰਪਾ ਕੀਤੀ ਤਿਨਹੂ, ਉਹਨਾਂ ਨੇ ਸਾਰੇ ਸੁੱਖ ਪਾ ਲਏ, ਲੋਕ ਦੇ ਵੀ ਤੇ ਪਰਲੋਕ ਦੇ ਵੀ। ਲੋਕ ਵਿੱਚ ਵੀ ਉਹਨਾਂ ਦੀ ਕੋਈ ਇੱਛਾ ਅਧੂਰੀ ਨਾ ਰਹੀ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਜੈਕਾਰ ਹੋਈ। ਦਾਤਾ ਐਡਾ ਵੱਡੀਆਂ ਦਾਤਾਂ ਦੇਣ ਵਾਲਾ ਹੈ। ਅਸੀਂ ਲੈਂਦੇ ਤੇ ਖਾਂਦੇ ਥੱਕ ਜਾਂਦੇ ਹਾਂ, ਉਹ ਦੇਣ ਵਾਲਾ ਨਹੀਂ ਥੱਕਦਾ। ਸਾਨੂੰ ਮੰਗਣਾ ਆਉਣਾ ਚਾਹੀਦਾ। ਮਹਾਰਾਜ ਕਹਿੰਦੇ ਨਾ ਦਿੰਦਾ ਦੇਹ ਲੈਦੇ ਥੱਕ ਪਾਹੇ, ਔਰ ਲੈਣ ਵਾਲੇ ਹੰਭ ਗਏ ਹਾਰ ਗਏ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾਂ ਜੁਗੰਤਰਾਂ ਤੋਂ ਲੋਕ ਖਾਧੀ ਜਾਂਦੇ ਨੇ ਔਰ ਦਾਤਾਂ ਲਈ ਜਾਂਦੇ, ਖਾਈ ਜਾਂਦੇ, ਪਰ ਉਹਦੇ ਭੰਡਾਰੇ ਕਦੇ ਮੁੱਕੇ ਨਹੀਂ, ਅਮੁੱਕ ਨੇ। ਮਹਾਰਾਜ ਮਿਹਰ ਕਰਦੇ ਨੇ, ਉਹਨਾਂ ਸਾਰੇ ਸੁੱਖ ਪਾਏ ਜਿਨ੍ਹਾਂ ਤੇ ਜਪਦਿਆਂ ਕਿਰਪਾਲੂ ਹੋ ਗਿਆ, ਦਿਆਲੂ ਹੋ ਗਿਆ ਸਤਿਗੁਰੂ। ਮਹਾਰਾਜ ਮਿਹਰ ਕਰਦੇ, ਹਰ ਗੁਰ ਨਾਨਕ ਜਿਨ ਪਰਸਿਓ। ਔਰ ਹਰੀ ਪਰਮਾਤਮਾ ਜਿਹੜਾ ਨਿਰਗੁਣ ਸਰੂਪ ਹੈ, ਹਰ ਇੱਕ ਜਗ੍ਹਾ ਤੇ ਜਿਹੜਾ ਹਾਜ਼ਰ ਨਾਜ਼ਰ ਹੈ, ਹਰ ਇੱਕ ਜਗ੍ਹਾ ਤੇ ਜਿਹੜਾ ਮਦਦਗਾਰ ਹੈ, ਜਿਹੜਾ ਦੁੱਖਾਂ ਦਰਦਾਂ ਕਲੇਸ਼ਾਂ ਦੁਸ਼ਮਣਾਂ ਉਪਦਰਵਾਂ ਨੂੰ ਹਰ ਨਾਸ਼ ਕਰਨ ਵਾਲਾ ਹੈ ਨਾ, ਉਹ ਨਿਰਗੁਣ ਸਰੂਪ ਦਾ ਸਰਗੁਣ ਸਰੂਪ ਹੈ ਗੁਰ ਨਾਨਕ। ਜਿਹੜਾ ਅੰਧਕਾਰ ਨੂੰ ਕੱਟ ਕੇ ਤੇਰੇ ਅੰਦਰ ਪ੍ਰਕਾਸ਼ ਕਰਨ ਵਾਲਾ, ਜਿਹਦੇ ਵਿੱਚ ਕਦੇ ਦੁੱਖ ਹੀ ਨਹੀਂ, ਸਦਾ ਸੁਖ ਲੀਨ ਹੈ, ਉਹ ਗੁਰੂ ਨਾਨਕ ਸਾਹਿਬ ਜੀ ਜਿਨ ਪਰਸਿਓ, ਜਿਨ੍ਹਾਂ ਨੇ ਸਰਗੁਣ ਸਰੂਪ ਦੇ ਔਰ ਸਰੀਰਕ ਨੂੰ ਵੀ ਆ ਕੇ ਚਰਨਾਂ ਨੂੰ ਆ ਕੇ ਸਪਰਸ਼ ਕੀਤਾ, ਜਿਨ੍ਹਾਂ ਦੀ ਰਸਨਾ ਨੇ ਉਹਨਾਂ ਦੀ ਬਖਸ਼ੀ ਦਾਤ ਸ਼ਬਦ ਰੂਪ
ਔਰ ਨਾਮ ਬਾਣੀ ਨੂੰ ਸਪਰਸ਼ ਕੀਤਾ, ਜਿਨ੍ਹਾਂ ਦੇ ਹਿਰਦਿਆਂ 'ਚੋਂ ਨਾਮ ਬਾਣੀ ਬਖਸ਼ੀ ਹੋਈ ਦਾਤ ਗੁਰੂ ਨਾਨਕ ਸਾਹਿਬ ਦੀ ਹਿਰਦਿਆਂ 'ਚ ਉਤਰੀ, ਛੋ ਗਈ ਜਿਨ੍ਹਾਂ ਦੇ। ਮਹਾਰਾਜ ਕਹਿੰਦੇ ਫਿਰ ਕੀ ਹੋਇਆ? ਤੇ ਉਹ ਬਹੁੜ ਫਿਰ ਜੂਨ ਨਾ ਆਏ। ਜਿਨ੍ਹਾਂ ਨੇ ਜਪ ਲਿਆ, ਜਿਨ੍ਹਾਂ ਨੇ ਆ ਕੇ ਔਰ ਸਪਰਸ਼ ਕੀਤਾ, ਜਿਨ ਗੁਰ ਨਾਨਕ ਸੁਣਿਆ ਪੇਖਿਆ, ਤੇ ਫਿਰ ਗਰਭਾਸ ਨਾ ਭਰਿਆ ਰੇ। ਉਹ ਆਉਣ ਜਾਣ ਚ ਨਹੀਂ ਪਿਆ। ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਨੇ ਉਹਨੂੰ ਪਰਸ ਲਿਆ, ਜੂਨਾਂ ਦੇ ਚੱਕਰ ਚ ਨਹੀਂ ਪਏ। ਮਹਾਰਾਜ ਕਹਿੰਦੇ ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਬਿਦ ਉਸਤਤ ਕਰੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਦੀਨ ਦੁਨੀ ਦੇ ਮਾਲਕ, ਤਰਲੋਕੀ ਦੇ ਮਾਲਕ, ਦਾਤਾਰ ਪ੍ਰਭੂ ਜੀ, ਉਹ ਸੱਚਖੰਡ ਦੇ ਵਿੱਚੋਂ ਬਚਨ ਲਿਆ ਕੇ ਸਾਨੂੰ ਅਮੋਲਕ ਸੁਣਾਉਂਦੇ। ਮਹਾਰਾਜ ਕਿਹੜਾ ਯੋਗ ਸਾਧਨਾ ਕਰੀਏ, ਕਿਉਂਕਿ ਯੋਗ ਸਾਧਨਾ ਸੰਸਾਰ ਵਿੱਚ ਪ੍ਰਚਲਿਤ ਸੀ। ਮਹਾਰਾਜ ਕਿਹੜਾ ਯੋਗ ਸਾਨੂੰ ਜੁੜਨ ਵਾਲਾ ਮਿਲੇ, ਤੇ ਕੌਣ ਗਿਆਨ, ਕਿਹੜਾ ਗਿਆਨ ਪ੍ਰਾਪਤ ਕਰੀਏ। ਗਿਆਨ ਬੜੇ ਪ੍ਰਕਾਰ ਦਾ ਹੈ। ਆ ਟਰੈਕਟਰ ਚਲਾਉਣਾ ਆਉਂਦਾ, ਇਹਦੀ ਮਸ਼ੀਨਰੀ ਨੂੰ ਦੇਖਣਾ ਆਉਂਦਾ, ਮੈਨੂੰ ਗਿਆਨ ਇਹਦਾ ਵੀ ਹੈ। ਤੇ ਕਿਸੇ ਨੂੰ ਆਖੀਏ ਚੰਗੇ ਪਾਸੇ ਚਾਲੋ, ਕਹਿੰਦਾ ਮੈਨੂੰ ਬਹੁਤ ਗਿਆਨ ਹੈ, ਮੈਨੂੰ ਗਿਆਨ ਦੇਣ ਦੀ ਤੈਨੂੰ ਲੋੜ ਨਹੀਂ। ਮਹਾਰਾਜ ਸਾਹਿਬ ਕਹਿੰਦੇ ਆ ਉਹ ਕਿਹੜਾ ਗਿਆਨ ਜਿਹੜਾ ਵੇਦ ਸ਼ਾਸਤਰਾਂ ਨੇ ਪੜ੍ਹਿਆ, ਜਿਹੜੀ ਯੋਗ ਸਾਧਨਾ ਨੂੰ ਔਰ ਜੋਗੀਆਂ ਨੇ ਸਾਧਿਆ, ਧਿਆਨ ਜਿਹੜਾ ਸੀ ਔਰ ਧਿਆਨੀਆਂ ਨੇ ਸਮਾਧੀ ਸਥਿਤ ਹੋ ਜੋੜਿਆ ਕਿ ਉਹ ਧਿਆਨ ਉਹਨੇ, ਔਰ ਕਵਨ ਵਿਦਾ ਉਸਤਤ ਕਰੀਏ। ਕੀ ਮਹਾਰਾਜ ਜੋਗੇ, ਕੀ ਗਿਆਨ ਆ, ਕੀ ਧਿਆਨ ਆ, ਕਿਹੜਾ ਢੰਗ ਇਹਨਾਂ ਚੋਂ ਵਰਤੀਏ ਤੇ ਅਸੀਂ ਕਿਵੇਂ ਉਸਤਤ ਕਰੀਏ ਕਿ ਜੋਗੀਆਂ ਦੀ ਨੁਮਾ, ਔਰ ਕੀ ਉਹ ਗਿਆਨਵਾਨ ਜਿਹੜੇ ਸੁਰਤੀਆਂ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹ ਕੇ ਹਉਮੈ ਵਿੱਚ ਮੈਂ ਕਰਦੇ, ਉਹਨਾਂ ਦੀ ਨੁਮਾ। ਕੁਝ ਨੇ ਭਸਮ ਲਗਾ ਕੇ ਅੱਖਾਂ ਬੰਦ ਕਰ ਲਈਆਂ, ਉਹਨਾਂ ਕਿਹਾ ਭਾਜੋ ਸੰਸਾਰ ਤੋਂ ਦੂਰ, ਸਾਡਾ ਇਹਦੇ ਨਾਲ ਕੋਈ ਲਟੰਕ ਨਹੀਂ। ਕਿ ਉਹਨਾਂ ਦੀ ਨੁਮਾ ਕਿਵੇਂ ਤੇਰੀ ਉਸਤਤ ਕਰੀਏ, ਕਿਵੇਂ ਵਡਿਆਈ ਕਰੀਏ। ਮਹਾਰਾਜ ਸਿੱਧ ਸਾਧਕ 33 ਕੋਰ। ਮਹਾਰਾਜ ਇੱਥੇ ਜੋਗੀ ਯੋਗ ਸਾਧਨਾ ਕਰਦੇ, ਧਿਆਨੀ ਧਿਆਨ ਲਾਉਂਦੇ ਨੇ, ਗਿਆਨੀ ਗਿਆਨ ਕਮਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗਿਆਨ ਨੂੰ ਜਿਹੜਾ ਹੈ ਔਰ ਪ੍ਰਾਪਤ ਕਰਕੇ ਔਰ ਜੀਵਨ ਦੇ ਅੰਦਰ ਲਾਗੂ ਨਹੀਂ ਕਰਦੇ। ਉਹ ਇਸ ਲਈ ਹੈ ਕਿ ਕਿਵੇਂ ਕਿਸੇ ਨੂੰ ਚਰਚਾ ਕਰਕੇ ਹਰਾਈਏ। ਦੂਜਾ ਕਹਿੰਦਾ ਮੇਰੇ ਕੋਲ ਗਿਆਨ ਬੜਾ ਹੈ, ਉਹਨੇ ਗਿਆਨ ਇੱਕ ਹਥਿਆਰ ਬਣਾ ਲਿਆ ਕਿ ਮੈਂ ਦੂਜੇ ਨੂੰ ਕੱਟ ਦੇਣਾ ਹੈ, ਉਹਨੂੰ ਖਤਮ ਕਰ ਦੇਣਾ ਹੈ। ਗਿਆਨ ਸੀ ਅਵਗਨ ਕੱਟਣ ਲਈ, ਅਗਿਆਨ ਕੱਟਣ ਲਈ। ਅਸੀਂ ਤਾਂ ਮਨੁੱਖ ਨੂੰ ਨੀਵਾਂ ਦਿਖਾਉਣ ਲਈ ਨਾ ਇਹਦਾ ਇਸਤੇਮਾਲ ਕਰਦੇ ਹਾਂ, ਹੋਰ ਗੱਲ ਕੋਈ ਨਹੀਂ ਰਹਿ ਗਈ, ਇਹਦਾ ਇਸਤੇਮਾਲ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਨਾ ਕਰ, ਤੂੰ ਨਿਮਰਤਾ ਵਿੱਚ ਆ, ਕਿਸੇ ਨੂੰ ਝੁਕਾ ਨਾ, ਖੁਦ ਝੁਕਣ ਦਾ ਯਤਨ ਕਰ। ਕੁਝ ਪਾਉਣਾ ਹੀ ਤੇ ਹਮੇਸ਼ਾ ਨੀਵੀਆਂ ਜਗ੍ਹਾ ਤੇ ਜਲ ਟਿਕਦਾ ਹੈ। ਤੂੰ ਨੀਵਾਂ ਹੋ ਜਾਵੇਂ, ਤੇਰੇ ਅੰਦਰ ਕਿਰਪਾ ਦਾ ਜਲ ਟਿਕ ਜਾਵੇਗਾ। ਮਹਾਰਾਜ ਕਹਿੰਦੇ 84 ਸਿੱਧ, ਉਹਨਾਂ ਸਿੱਧੀਆਂ ਕਰਾਮਾਤਾਂ ਪਾਈਆਂ। ਸਾਧਕ ਜਿਹੜੇ ਤੁਰਦੇ ਸਾਧਨਾ ਕਰਦੇ ਪਏ ਨੇ। ਮਹਾਰਾਜ 33 ਕੋਰ, ਔਰ 33 ਦਾ ਅਰਥ ਹੈ ਗਿਣਤੀ ਦਾ 33, ਤੇ ਕੋਰ ਦਾ ਅਰਥ ਆ ਇੱਥੇ ਕਰੋੜ। ਮਹਾਰਾਜ 33 ਕਰੋੜ ਦੇਵੀ ਦੇਵਤਾ, ਕਿ ਉਹਨਾਂ ਦੀ ਤਰ੍ਹਾਂ ਚੱਲੀਏ। ਮਹਾਰਾਜ ਇਹਨਾਂ ਸਾਰਿਆਂ ਨੇ ਤੈਨੂੰ ਆਰਾਧਨ ਦਾ ਯਤਨ ਕੀਤਾ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਪਰ ਮੇਰੇ ਮਾਲਕ ਤਿਰਕੀਮ ਨਾ ਪਰੀਏ। ਤਿਰ ਦਾ ਇੱਥੇ ਅਰਥ ਆ ਤਿਲ। ਮਹਾਰਾਜ ਇਹਨਾਂ ਨੇ ਸਾਰਿਆਂ ਨੇ ਇੱਕ ਤਿਲ ਮਾਤਰ ਵੀ ਤੇਰੀ ਕੀਮਤ ਨਹੀਂ ਪਾ ਸਕੇ। ਇਹਨਾਂ ਕੁਝ ਕਰਕੇ ਔਰ ਸਿੱਧ ਜੋਗੀ ਯੋਗ ਕਮਾ ਕੇ, ਧਿਆਨੀ ਧਿਆਨ ਲਾ ਕੇ, ਗਿਆਨੀ ਗਿਆਨ ਕਮਾ ਕੇ
सिद्ध सिद्धियां संपन्न हो के साधक साधना करन वाले 33 करोड़ देवता सारे मिलके भी तेरी एक तिल मात्र कीमत नहीं पा सके। तेनू मुकम्मल रूप च तेरी जानकारी किधरे परे रह गई। तेर कीम ना परिए ब्रह्मादिक सनकाद शेख गुण अंत ना पाए। महाराज ब्रह्मा तो आदक जिन्ने होर देवते सनकादक और जेड़े ब्रह्मा दे पुत्र ने सनक सनंदन सनातन संत कुमार आद उन्हां तो लैके और शेख। इत्थे शेख दा अर्थ बड़े बजुर्ग नहीं। शेख शेख मैं ना बाकी भी हुंदी शेख बची बाकी बची। इत्थे अर्थ वो भी नहीं। इत्थे शेख दा अर्थ आ शेष नाग जेड़े 2000 फन आ 2000 जेब है जेड़ा एक बार वो नाम जप लै ना एक बारी जे उन्हें वैगरू कह लिया परत के उन्हें वैगरू नहीं कहना नवे नाम नाल और मुख तो उचारना है। महाराज तेरा अंत ता उन्हें भी नहीं पाया जिहदी 2000 जबान है। आ एक जबान वाला जीव कहता मैं जी सब कुछ जानदा ते सब कुछ मैं दस देंगा। एक जबान वाला तेरा अंत किवें पा लाएगा। महाराज इत्थे 33 करोड़ देवतिया ने अंत नहीं पाया, ब्रह्मा ने अंत नहीं पाया, सनक सनंदन ने अंत नहीं पाया। इन्हां ने तेरे गुणां दा अंत नहीं ये भी पा सके। ये मनुख दी हौमे नूं ठोकर मार दे कदे हौमे ना कर लई। चारक पुस्तकां पढ़ के कदे हंकारी ना हो जावी कि मेरे को बड़ा ज्ञान है जी फुकारे मारदा सप वांगू। महाराज उदी जहर उतारन लई करदे ने। परमात्मा जिहड़ा अगाह गह्यो नहीं जाए। परमात्मा जिहड़ा है ना अगाह आ गह्यो गह्यो मैं ना पकड़ना और परमात्मा किसी दी पकड़ विच नहीं आउंदा। जे पकड़ विच आवे ना ते कोई कहे जिन्ना चिर मैं नहीं कहंदा तेनू नहीं मिलदा तेनू नहीं दात इन्ने देनी क्योंकि मैं इनू पकड़ के रखिया है। किसी दी पकड़ च नहीं ये पकड़िया नहीं जाता। पूर सरबर समाए ये परमात्मा जिहड़ा सारियां दे हिरदियां विच सारियां जगह ते समाया होया है मिलिया होया है। जेह काटी सिलक दयाल प्रभ छे जना लगे भगत। महाराज जिहदे ते दया दे घर विच आके दयालु सतगुरु जिहदी माया दी मोह दी सिलक रस्सी तुसां ने कट दिती ना मेरे मालक से वो जीव जन जेड़े सेवक आ ना लगे भगते वो तेरी भगती विच जुड़ गए। वो तेरी भगती करन लग पए। जिन्हां दियां मोह दियां तंदां तुसां कट दित्तियां वो भगती विच जुड़ गए। हर गुर नानक जिन परसिओ जिन्हां ने उस हरि परमात्मा निर्गुण दा सरगुण रूप अज्ञान नूं कट्टण वाला ज्ञान प्रकाश बख्शनहारा और जिन्हों कदे दुख नहीं सदा सुख लेने वो गुरु नानक जिन्हां ने परसिया जपिया ओदी बख्शिश दात नाम नूं जिन्हां जपिया आराध्या सरगुण करके भी जिन्हां उस वेले स्पर्श किया जेड़े उन्हां दे बोलां नूं जप के भी स्पर्श कर रहे ओ ते ओ इत इस लोक विच उत परलोक विच सदा मुक्ते। वो बंधना विच नहीं पैंदे वो आवागमन विच नहीं पैंदे वो हमेशा मुक्त रहिंदे ने। इत्थों भी ते अगे भी मुक्त हो जाते ने। प्रभ दातो दातार परियो जाचक एक सरना। हे प्रभु मालिक तू दातो सारियां दा दाता है सारियां नूं वड्डा दाता है। तेरे हथ विच सारियां दे जीवां दे सता रोजी रोटी आदि तार पकड़ी हुई है। ते परियो जाचक एक सरना। जाचक दा आखरी अर्थ हुंदा है मंगता। महाराज असीं आ मंगते ते असीं एक मालका तेरी परियो सरना तेरी सरन विच पए आ कि जो सरन आवे तिस कंठ लावे। इहो बिरध स्वामी सरन दा
शरण परे की राख दयाला, नानक तुमरे बाल गोपाला। प्रभ की शरण सगल पै लाथे, दुख बिन से सुख पाया। महाराज परियो जाचक एक सरना, जाचना करदे तेरी शरण प्राप्त होवे, जाचना करदे आ तेरी शरण विच आ गए आ। सानू कंठ ना ला, गल ना ला, गल बकड़ी विच लै, और मिलै दान संतरेण, जे लग भव जल तरना। महाराज कहंदे तू आया मंगता बन के, मंगदा की आ, तेरी मंग की आ? महाराज सच्चे पातशाह गुरु अर्जन साहिबा कहंदे ने, महाराज कहंदे मिलै दान संतरेण, ਜਿਹੜੇ शांत आत्मा संत शब्द बाणी ने ਉਹਦੇ ਲਈ ਵਰਤਿਆ ਹੈ ਜਿਹੜਾ ਸੱਤ ਵਿੱਚ ਮਿਲ ਗਿਆ, ਜਿਨੇ ਮੈਂ ਦਾ, ਆਪਣਤ ਦਾ, ਕਾਮਨਾਵਾਂ ਦਾ, ਵਾਸ਼ਨਾਵਾਂ ਦਾ, ਫੁਰਨਿਆਂ ਦਾ ਅੰਤ ਕਰ ਲਿਆ। ਇਧਰੋਂ ਸੰਸਾਰ ਵੱਲੋਂ ਕਉ ਮਰ ਗਿਆ, ਅੰਤ ਪਰਯੰਤ ਸੰਤ ਔਰ ਸਰੀਰ ਦੀਆਂ ਸੁਵਿਧਾਵਾਂ, ਖਿਆਲਾਤ, ਫੁਰਨੇ ਔਰ ਲੋੜਾਂ ਮਰ ਗਈਆਂ ਨੇ, ਕੇਵਲ ਰੱਬ ਹੀ ਰਹਿ ਗਿਆ। ਹੁਣ ਰੱਬ ਹੀ ਰਹਿ ਗਿਆ, ਬੋਲ ਰੱਬ ਦੇ ਰਹਿ ਗਏ ਨੇ। ਮਹਾਰਾਜ ਕਹਿੰਦੇ ਉਹ ਜਿਹੜੇ ਐਸੇ ਸ਼ਾਂਤ ਆਤਮਾ ਟਿਕੇ ਹੋਏ ਆ ਨਾ, ਤੇਰੇ ਨਾਲ ਮਿਲੇ ਮਹਾਰਾਜ, ਉਹਨਾਂ ਦੀ ਰੇਨ ਚਰਨ ਧੂੜੀ ਮਿਲੇ, ਉਹਨਾਂ ਦਾ ਸੰਗ ਮਿਲੇ, ਉਹਨਾਂ ਦੀ ਸੇਵਾ ਮਿਲੇ। ਜਿਹ ਲਗ ਜਿਹਦੇ ਨਾਲ ਜੁੜ ਕੇ ਸੰਗਤ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਭਵ ਜਲ ਤਰਨਾ, ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਣਾ ਹੈ। महाराज ये मेरी मंग आ, कोई होर मंग नहीं। महाराज कहते बिनत करो अरदास सुनो, जे ठाकुर भावै। हे मेरे वैगुरु, मैं एक बेनती करदा ते अरदास, और अरदास दे अर्थ विद्वान कहते ने, जिथों तक अरदास और गुरु नानक साहब महाराज तो लैके और जिथे जेड़े पातशाही चलती सी ना, चाहे वह पंजवें गुरदेव सन, गुरु नानक साहब तो लैके पंजवें गुरदेव तक नाम लैके अरदास हुंदी सी। ते हुण पंथक गुरु साहब तो लैके जिहड़ी अरदास है चलदी आउंदी, और वो अरदास करके बिनत करो। आपां भी अरदास करके पिछों बेनती करदे ना, निमाणियां दी मान ने, तानियां दे तान ने, ओटियां दी ओट, सच्चे पिता वाहिगुरू आप जी दे हजूर बेनती है। चाहे वह नितनेम दी आ, चाहे वह किसी दी कामना दी आ, किसी दी चढ़दी कला दी आ। महाराज मैं अरदास करके तेरे चरणों दे विच बेनती करदा हां, जोदड़ी करदा हां। महाराज मेरे ते कृपा कर। मैं इहदा अर्थ ऐवें ही विद्वान करदे आ कि अरजोई मैं तेरे चरणों विच बेनती पूर्वक एक अरजोई करदा है। और महाराज सुनो मेरी अर्ज नूं, सुनो मेरी अरदास प्रवान करिया जे, ते होनी तां करना अपना काम है, ते मंजूर करना है कि उस बचन नूं नहीं करना है मालक दा काम है। अपना काम है बेनती करनी, अगे कबूलना या ना कबूलना यह मालक दा काम है। महाराज कहंदे जे ठाकुर भावै, बेनती कर दें, जे मालक नूं चंगी लगदा है, चंगी लग गई तो अपनी गल मन लवेगा, नहीं तो कोई वो अपना तरीका वरत लवेगा। देहो दरस मन चाओ, भगत इहो मन ठहरावै। महाराज सच्चे पातशाह कहते बेनती कादी कीती आ, कादे लई जोदड़ी कीती आ? धन गुरु अर्जन देव महाराज साहब कहते बेनती, जोदड़ी, अरदास, प्रार्थना इसलिए आ कि मालिक मैनू दर्शन दिओ। मन मेरे अंदर चाह आ कि तेनू देखा, तेरा दीदार करा, तेरा मैनू झलकारा पवे, तू मैनू दर्शन देवें। भगत इहो मन ठहरावे, तेरे भगत तेरी भगती करन वाले भगती करके मन अंदर ठहराउंदे टकाउंदे ने, तेरा दीदार हो जावे, तेरा दर्शन और प्राप्त हो जावे। तेरे दर्शना लई और उडीकदे ने कि दर्शन देख जीवा गुर तेरा, पूर्ण कर्म होए प्रभ मेरा। यह बेनंती सुन प्रभ मेरे, देहो नाम कर अपने चेहरे। महाराज ये ठहराउंदे टकावो, मन टिक जावे। महाराज कहते जो बेनती की फिर बलियो चिराग अंधेर में,
ਸਭ ਕਲ ਉਦਰੀ ਇੱਕ ਨਾਮ ਧਰਮ। ਮਹਾਰਾਜ ਕਹਿੰਦੇ ਜਿੱਥੇ ਅੰਧਿਆਰ ਅੰਧਕਾਰ ਕਲਯੁਗ ਦਾ ਭਿਆਨਕ ਸਮਾਂ, ਉਸ ਅੰਧਕਾਰ ਦੇ ਵਿੱਚ ਮਹਾਰਾਜ ਕਹਿੰਦੇ ਬਲਿਓ ਚਿਰਾਗ, ਇੱਕ ਦੀਵਾ ਜਲਿਆ ਗਿਆਨ ਦਾ ਔਰ ਦੀਪਕ ਜਲਿਆ, ਉਹ ਪ੍ਰਕਾਸ਼ ਲੈ ਕੇ ਆਇਆ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਅੰਦਰ ਪ੍ਰਕਾਸ਼ ਸੰਸਾਰ ਵਿੱਚ ਆਇਆ, ਜਿਹੜਾ ਸਾਰਿਆਂ ਨੂੰ ਰੁਸ਼ਨਾਉਣ ਆਇਆ, ਜਿਹੜਾ ਰਾਹੇ ਪਾਉਣ ਆਇਆ, ਔਰ ਜਿਨੇ ਅੱਗੇ ਗਿਆਨ ਦਾ ਮਹਾਸਾਗਰ ਚਲਾਇਆ। ਅੱਜ ਉਹਨਾਂ ਦੇ ਬਚਨਾਂ ਰੂਪ ਗਿਆਨ ਔਰ ਸਾਡੀਆਂ ਭਾਵਨਾਵਾਂ ਨੂੰ ਔਰ ਹਿਰਦੇ 'ਚ ਉਤਰ ਕੇ ਸਹਿਤ ਔਰ ਪ੍ਰਕਾਸ਼ਿਤ ਕਰਦਾ ਪਿਆ ਹੈ। ਮਹਾਰਾਜ ਕਹਿੰਦੇ ਬਲਿਓ ਚਿਰਾਗ ਅੰਧਿਆਰ ਮੈਂ, ਔਰ ਅੰਧ ਧੁੰਦ ਦੇ ਵਿੱਚ ਉਹ ਚਿਰਾਗ ਜਗਿਆ, ਦੀਵਾ ਜਗਿਆ, ਔਰ ਸਾਰੇ ਸੰਸਾਰ ਵਿੱਚ ਆ ਕੇ ਤੇ ਔਰ ਸਭ ਕਲ ਉਦਰੀ, ਕਲਯੁਗ ਦੀ ਲੁਕਾਈ ਸਭ ਉਦਰੀ ਤਰ ਗਈ। ਕਾਹਦੇ ਨਾ ਇੱਕ ਨਾਮ ਧਰਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਨਾਮ ਧਰਮ ਔਰ ਉਹ ਨਾਮ ਜਪਣ ਨਾਲ ਤਰਨ ਲੱਗੇ। ਪ੍ਰਗਟ ਸਗਲ ਹਰ ਭਵਨ ਮੈਂ, ਮਹਾਰਾਜ ਕਹਿੰਦੇ ਉਹ ਨਾਮ ਦੀ ਪ੍ਰਥਾ, ਗਿਆਨ ਦੀ ਪ੍ਰਥਾ ਸਾਰੇ ਭਵਨਾਂ ਦੇ ਵਿੱਚ ਪ੍ਰਗਟ ਹੋ ਗਈ। ਜਨ ਨਾਨਕ ਗੁਰ ਪਾਰ ਬ੍ਰਹਮ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਰੂਪ ਜਿਹੜੇ ਨੇ ਉਹ ਪਾਰ ਬ੍ਰਹਮ ਦਾ ਸਰਗੁਣ ਸਰੂਪ ਨੇ, ਉਹ ਨਿਰਗੁਣ ਨੇ, ਉਹ ਸਰਗੁਣ ਸਰੂਪ ਨੇ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇੱਥੇ 9 ਸਵਾਈਆਂ ਦੀ ਸੰਪੂਰਨਤਾ ਹੋਈ। ਅੱਗੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ, ਇਹ ਭੱਟਾਂ ਦੇ ਸਵਾਈਆਂ ਦੀ ਵਿਚਾਰ ਜਿੰਨੀ ਕੁ ਮਤ ਬੁੱਧ ਬਖਸ਼ ਦੇ ਸਤਿਗੁਰੂ ਪੜ੍ਹ ਪੜਾ ਕੇ ਆਪਦੇ ਸਮਕਸ਼ ਰੱਖਣ ਦਾ ਯਤਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਕਿਤੇ ਜੀਵਨ ਅੰਦਰ ਉਤਾਰਨ ਦਾ ਔਰ ਕਿਰਪਾ ਕਰਨ ਕਿ ਸਬਬ ਮਿਲ ਜਾਵੇ, ਸਾਡਾ ਜੀਵਨ ਸੁਧਰ ਜਾਏ, ਸਾਡਾ ਆਇਆ ਸਫਲਾ। ਗੁਰੂ ਕੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦਿਆਂ ਅੰਦਰ ਵਸਾਵਣੇ। ਦਾਸ ਨੂੰ ਗੁਰੂ ਕੀ ਸੰਗਤ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਪੁੱਲਾਂ ਦੀ ਖਿਮਾ ਕਰਨੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ